ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਚਰਨਾਂ ਵਿੱਚ ਜੁੜ ਕੇ ਬਹਿਣ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਦਰ ਤੇ ਜੁੜ ਕੇ ਗੁਰੂ ਦੀ ਬਾਣੀ ਦੁਆਰਾ ਆਪਣੇ ਜੀਵਨ ਨੂੰ ਸਵਾਰਨ ਦਾ ਨਿਮਾਣਾ ਜਿਹਾ ਯਤਨ ਉਪਰਾਲਾ ਕਰ ਰਹੇ ਹਨ। ਅੱਜ ਦੇ ਇਸ ਪਾਵਨ ਸ਼ਬਦ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਸੋਝੀ ਦਿੰਦਿਆਂ ਹੋਇਆਂ ਸਮਝਾਉਂਦੇ ਨੇ ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਬੰਦੇ ਦਾ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਜੇ ਕੋਈ ਬੰਦਾ ਇਸ ਗੱਲ ਨੂੰ ਜਾਣ ਲਵੇ ਕਿ ਮਾਇਆ ਤੋਂ ਵਾਹਿਗੁਰੂ ਦੇ ਨਾਮ ਨਾਲ ਹੀ ਛੁੱਟਦਾ, ਉਹਦੇ ਨਾਮ ਨਾਲ ਹੀ ਛੁਟਕਾਰਾ ਹੁੰਦਾ। ਜੇ ਕੋਈ ਐਸਾ ਜਾਣ ਲਵੇ, ਸਤਿਗੁਰੂ ਕਹਿੰਦੇ ਉਹ ਫਿਰ ਮਾਇਆ ਤੋਂ ਛੁੱਟਣ ਦਾ ਆਹਰ ਕਰਨ ਲੱਗ ਪੈਂਦਾ, ਭਾਵ ਵਾਹਿਗੁਰੂ ਦੀ ਬੰਦਗੀ ਕਰਨ ਲੱਗ ਪੈਂਦਾ। ਬਿਨ ਨਾਮ ਹੈ ਕਿਉਂ ਛੁੱਟੀ ਹੈ? ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਿਵੇਂ ਛੁੱਟਿਆ ਜਾਵੇ? ਕੋਈ ਹੋਰ ਢੰਗ, ਕੋਈ ਹੋਰ ਤਰੀਕਾ ਹੈ ਹੀ ਨਹੀਂ। ਜਿਨ੍ਹਾਂ ਢੰਗ ਤਰੀਕਿਆਂ ਨਾਲ ਬੰਦਾ ਛੁੱਟਣ ਦਾ ਯਤਨ ਕਰਦਾ ਹੈ, ਉਹਨਾਂ ਰਾਹੀਂ ਉਹ ਹੋਰ ਇਸ ਮਾਇਆ ਵਿੱਚ ਉਲਝਦਾ ਜਾਂਦਾ ਹੈ। ਅਸੀਂ ਲੋਕ ਮਾਇਆ ਦੇ ਬੰਧਨਾਂ ਦੇ ਵਿੱਚ ਹੋਰ ਵੱਜਦੇ ਜਾਂਦੇ ਹਾਂ। ਹਰ ਬੰਦਾ ਅਕਸਰ ਇਹੀ ਕਹਿੰਦਾ ਦਿਖਾਈ ਦਿੰਦਾ। ਉਹ ਕਹਿੰਦਾ ਜੀ ਮੈਂ ਛੁੱਟਣਾ ਚਾਹੁੰਦਾ ਕਾਮ ਕ੍ਰੋਧ ਤੋਂ, ਪਰ ਜਿਵੇਂ ਛੁੱਟਣਾ ਚਾਹੁੰਦਾ ਓਨਾ ਹੀ ਇਹ ਮੇਰੇ ਮਨ ਉੱਤੇ ਹੋਰ ਹਾਵੀ ਹੁੰਦੇ ਜਾਂਦੇ ਨੇ। ਮੈਂ ਤਿਆਗਣਾ ਚਾਹੁੰਦਾ ਫਲਾਣੀ ਗੱਲ ਨੂੰ, ਫਲਾਣੇ ਔਗਣ ਨੂੰ, ਪਰ ਤਿਆਗਿਆ ਨਹੀਂ ਜਾਂਦਾ। ਜਿੰਨਾ ਮੈਂ ਚੰਗੇ ਪਾਸੇ ਨੂੰ ਜਾਣਾ ਚਾਹੁੰਦਾ ਓਨਾ ਮਾੜੇ ਪਾਸੇ ਨੂੰ ਵਧੀ ਜਾਂਦਾ। ਸਤਿਗੁਰੂ ਕਹਿੰਦੇ ਬੰਦਾ ਕੋਸ਼ਿਸ਼ ਕਰਦਾ ਪਰ ਉਹਦੀ ਕੋਸ਼ਿਸ਼ ਸਿਰੇ ਨਹੀਂ ਲੱਗਦੀ। ਉਹਦਾ ਕਾਰਨ ਕੀ? ਸਤਿਗੁਰੂ ਕਹਿੰਦੇ ਕਾਰਨ ਇਹ ਕਿ ਬੰਦਾ ਜਿਸ ਚੀਜ਼ ਨੂੰ ਕਰਨਾ ਚਾਹੁੰਦਾ ਹੈ ਉਹਦੇ ਵੱਲ ਓਨਾ ਧਿਆਨ ਨਹੀਂ ਦਿੰਦਾ, ਉਹਦੇ ਵੱਲ ਓਨਾ ਧਿਆਨ ਨਹੀਂ ਦਿੰਦਾ। ਅਸੀਂ ਲੋਕ ਚਾਹੁੰਦੇ ਹਾਂ ਕਿ ਮਾਇਆ ਤੋਂ ਮੁਕਤ ਹੋ ਜਾਈਏ, ਪਰ ਮਾਇਆ ਦੇ ਵਿੱਚ ਹੀ ਉਲਝੇ ਹੋਏ ਹਾਂ। ਮਾਇਆ ਨੂੰ ਹਾਸਲ ਕਰਨ ਲਈ ਨਿਰੰਤਰ ਯਤਨ ਕਰਦੇ ਰਹਿੰਦੇ ਆ, ਨਿਰੰਤਰ। ਇਸ ਕਰਕੇ ਸਤਿਗੁਰੂ ਕਹਿੰਦੇ ਛੁਟਕਾਰਾ ਕਿਵੇਂ ਹੋਵੇ? ਛੁਟਕਾਰਾ ਕਦੇ ਹੋ ਹੀ ਨਹੀਂ ਸਕਦਾ। ਛੁਟਕਾਰੇ ਵਾਸਤੇ ਮਨ ਵਿੱਚੋਂ ਮਾਇਆ ਦਾ ਤਿਆਗ ਕਰਨਾ ਪੈਂਦਾ, ਤੇ ਮਨ ਵਿੱਚੋਂ ਮਾਇਆ ਛੁੱਟਦੀ ਨਹੀਂ। ਅਸੀਂ ਹੱਥਾਂ ਵਿੱਚੋਂ ਛੱਡ ਕੇ ਸਮਝ ਲੈਂਦੇ ਹਾਂ ਕਿ ਸ਼ਾਇਦ ਮਾਇਆ ਛੁੱਟ ਗਈ, ਇੰਜ ਨਹੀਂ ਛੁੱਟਦੀ। ਸਤਿਗੁਰੂ ਕਹਿੰਦੇ ਇਹ ਛੁਟਕਾਰਾ ਉਹਦੇ ਨਾਮ ਰਾਹੀਂ ਮਿਲੇਗਾ। ਬਿਨ ਨਾਮ ਹੈ ਕਿਉਂ ਛੁੱਟੀ ਹੈ? ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਿਵੇਂ ਛੁੱਟੋਗੇ ਤੁਸੀਂ? ਕਿਵੇਂ ਉਹਦੇ ਤੋਂ ਬਿਨਾਂ ਮੁਕਤ ਹੋਵੋਗੇ? ਜੇ ਜਾਣੇ ਕੋਈ, ਜੇ ਕੋਈ ਜਾਣ ਲਵੇ, ਜੇ ਕੋਈ ਸਮਝ ਲਵੇ ਇਸ ਗੱਲ ਨੂੰ, ਜਾਣੋ, ਇਸ ਗੱਲ ਨੂੰ ਸਮਝੋ ਕਿ ਮਾਇਆ ਦੇ ਬੰਧਨ ਦਿਸਦੇ ਥੋੜੀ ਹੈਗੇ ਆ। ਮਾਇਆ ਦਾ ਬੰਧਨ ਨਜ਼ਰ ਨਹੀਂ ਆਉਂਦਾ। ਹੱਥਾਂ ਪੈਰਾਂ ਨੂੰ ਪਈਆਂ ਬੇੜੀਆਂ ਦਿਸਦੀਆਂ, ਪਰ ਮਨ ਨੂੰ ਪਈ ਕਾਮ ਕ੍ਰੋਧ ਦੀ ਬੇੜੀ ਦਿਸਦੀ ਨਹੀਂ, ਉਹ ਨਜ਼ਰ ਨਹੀਂ ਆਉਂਦੀ। ਸਾਡੇ ਹੱਥਾਂ ਪੈਰਾਂ ਨੂੰ ਰੱਸੇ ਨਾਲ ਬੰਨ੍ਹ ਲਿਆ ਗਿਆ ਹੋਵੇ ਦਿਖਾਈ ਦਿੰਦਾ, ਪਰ ਮਨ ਈਰਸ਼ਾ, ਨਿੰਦਾ, ਕਾਮ ਕ੍ਰੋਧ, ਲੋਭ, ਹੰਕਾਰ ਇਹਨਾਂ ਸੰਗਲਾਂ ਦੇ ਨਾਲ, ਇਹਨਾਂ ਰੱਸਿਆਂ ਨਾਲ ਬੱਝਾ ਪਿਆ। ਉਹ ਕਿਸੇ ਨੂੰ ਦਿਸਦਾ ਥੋੜੀ ਹੈ, ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਜੇ ਕੋਈ ਜਾਣ ਲਵੇ
कि माया के बंधन बहुत सूक्ष्म ने, वो वाहिगुरू के नाम वाले पासे तुर पैंदा है। वो माया के बंधनों तो मुक्त होने का आहर करन लग जाता है। गुरमुख होए तां छुट्टी है। गुरु के चरणों नाल जुड़ के, गुरमुख हो के इन्हां तो छुटकारा मिलता है, गुरु चरणों नाल जुड़ के। क्योंकि जैसा बंधन है उस बंधन नूं कट्टण वास्ते ओहो जिहा ही हथियार, ओहो जिहा ही औजार चाहिए। क्योंकि काम क्रोध दे बंधन दिसदे नहीं, तां फिर ਜਿਹੜਾ ਬਾਹਰੋਂ ਬੰਧਨ ਦਿਸਦਾ ਨਹੀਂ ਤਾਂ ਉਸ ਨੂੰ ਦਿਸਦੇ ਹੋਏ ਹਥਿਆਰ ਚਾਕੂ ਤਲਵਾਰ ਨਾਲ ਅਸੀਂ ਕਿਵੇਂ ਕੱਟਾਂਗੇ। ਇਸ ਲਈ ਉਹਦੇ ਵਾਸਤੇ ਉਹੋ ਜਿਹਾ ਹੀ ਸੂਖਸ਼ਮ ਵਾਹਿਗੁਰੂ ਦਾ ਨਾਮ ਹੈ ਜਿਹੜਾ ਉਸ ਬੰਧਨ ਨੂੰ ਕੱਟ ਸਕਦਾ ਹੈ। ਕਿਉਂਕਿ ਮਾਇਆ ਦੇ ਬੰਧਨ ਵੀ ਅੰਦਰ ਨੇ ਤੇ ਵਾਹਿਗੁਰੂ ਦਾ ਨਾਮ ਵੀ ਸਾਡੇ ਅੰਦਰ ਹੀ, ਸਾਡੇ ਹਿਰਦੇ ਵਿੱਚ ਹੀ ਵਸੇਗਾ। ਇਸ ਕਰਕੇ ਸਤਿਗੁਰੂ ਕਹਿੰਦੇ गुरु चरणों नाल जुड़, गुरमुख हो, अपनी मनमुखता छड्ड। जिहड़े गुरमुख होए, जिन्हां ने गुरु दे सन्मुख हो के अपना जीवन जिउणा आरंभ कर दिता, सतगुरु कहंदे छुट गया। गुरमुख होए सो छुट्टी है। जिहड़ा गुरमुख हो गया वो छुट गया। मनमुख पत खोई, मनमुख ने अपनी पत गवा ली। मनमुख पत गवा बैठा, क्योंकि मनमुख बंदा वो उलझिया रहिंदा, वो अपने मन मगर ही तुरदा, वो अपने मन के बंधनां दे विच ही पिया रहिंदा। इस करके सतगुरु कहंदे गुरु दे चरनां नाल जुड़ो। गुरमुख होए तां छुट्टी है। गुरमुख होवो, अपने मन मगर तुरना छड्डो। मन ही चंगे पासे ले जाता है तो मन ही मंदे पासे ले जाता है। मन ही तुहाडे मन अंदर, तुहाडे अंदर चंगा ख्याल पैदा करके तुहानू सिमरन करदियां करदियां नू होर पासे ले जाता है। कि तुसी आप मन विच विचार पैदा करदे हो या मन अपने आप मन अपने अंदर विचार पैदा करदा है। जरा विचारो इस गल नूं कि तुसी इत्थे बैठे हो, कथा कीर्तन सुनते हो, तुसी आप विचार पैदा करते हो कि मैं ख्याल पैदा करना कोई चंगा या मंदा, कोई काम क्रोध का, कोई लोभ का, कोई पैसे का, माया का। तुसी अपने आप कोई ख्याल पैदा नहीं किया, मन ने पैदा कर लिया। मन ने खुद दे अंदर आप ही कोई विचार उठा लिया तो वो जिमें ही वो विचार उठया, जिमें ही ख्याल पैदा होया, उमें ही तुसी टुट गए। उमें ही तुसी बाणी नालों, सेवा नालों, कथा कीर्तन नालों टुट गए। तो जदों तुसी उस विचार नूं देखो तो उस विचार नूं देख के लगदा ही तो बड़ा चंगा विचार है, माड़ा विचार है ही नहीं। ध्यान साडा उखड़ जांदा है किसी भी विचार नाल, चाहे वो चंगा होवे ते चाहे माड़ा। क्योंकि जदों असी बाणी पढ़ रहे हैं, कथा कीर्तन सुन रहे हैं, उदों कोई विचार होना ही नहीं चाहिए। उदों सब विचारों तो मुक्त बंदा होवे, सिर्फ गुरु दी विचार नूं ही पढ़ रहा होवे, गुरु दी विचार नूं ही सुन रहा होवे, गुरु दी विचार नूं ही विचार रहा होवे, बस और कुछ भी नहीं। जदों इस तरह असीं गुरु दे सन्मुख हुंदे हां, फिर गल बनदी। फिर सतगुरु कहंदे फिर अपनी पत प्राप्त करते हैं। पर जदों असीं उखड़ जाते हैं, असीं अपने मन दे मगर तुर पैंदे हैं। मन कोई चंगा ख्याल पैदा कर लिया, मन ने, मन दे मगर असीं लग गए, तां असीं प्रवान नहीं होंदे, अपनी पत गवा लैंदे। सतगुरु कहते मनमुख पत खोई, मनमुख ने अपनी पत, मनमुख ने अपनी इज्जत गवा ली, उसनूं कुछ हासिल नहीं होया। इसलिए गुरमुख होए तां छुट्टी है,
ਗੁਰਮੁਖ ਹੋਵੋਗੇ ਤਾਂ ਛੁਟਕਾਰਾ ਹੋਵੇਗਾ। ਗੁਰਮੁਖ ਬਣੋਗੇ ਤਾਂ ਮਾਇਆ ਦੇ ਬੰਧਨਾਂ ਤੋਂ ਮੁਕਤ ਹੋਵੋਗੇ। ਮਨਮੁਖ ਹੋ ਕੇ ਮਨ ਮਗਰ ਤੁਰ ਕੇ ਹਮੇਸ਼ਾ ਉਲਝੇ ਹੀ ਰਹਾਂਗੇ। ਇਸ ਲਈ ਸਤਿਗੁਰੂ ਕਹਿੰਦੇ ਜਿਨੀ ਨਾਮ ਵਿਸਾਰਿਆ ਦੂਜਾ ਭਰਮ ਭੁਲਾਈ। ਜਿਹੜੇ ਮਾਇਆ ਦੇ ਭਰਮ ਵਿੱਚ ਭੁੱਲੇ ਰਹੇ, ਦੂਜਾ ਭਰਮ ਵਾਹਿਗੁਰੂ ਤੋਂ ਬਿਨਾਂ ਜੋ ਵੀ ਦੂਸਰੇ ਵਿੱਚ ਉਲਝੇ, ਪਰਮੇਸ਼ਰ ਤੋਂ ਬਿਨਾਂ ਬੰਦਾ ਜਿਸ ਵੀ ਚੀਜ਼ ਵਿੱਚ ਉਲਝਿਆ, ਚਾਹੇ ਉਹ ਆਪਣੇ ਧੀਆਂ ਪੁੱਤ ਹੋਣ, ਚਾਹੇ ਪੈਸਾ ਹੋਵੇ, ਚਾਹੇ ਘਰ-ਬਾਰ ਹੋਵੇ, ਚਾਹੇ ਜ਼ਮੀਨ ਜਾਇਦਾਦ ਹੋਵੇ, ਚਾਹੇ ਕਾਮ ਕ੍ਰੋਧ ਹੋਣ, ਚਾਹੇ ਰੁਤਬੇ ਅਹੁਦੇ ਹੋਣ, ਕੁਛ ਵੀ ਹੋਵੇ, ਵਾਹਿਗੁਰੂ ਤੋਂ ਬਿਨਾਂ ਜਿਹੜਾ ਵੀ ਵਾਹਿਗੁਰੂ ਤੋਂ ਬਿਨਾਂ ਸੰਸਾਰ ਦੇ ਵਿੱਚ ਮਾਇਆ ਵਿੱਚ ਉਲਝਿਆ, ਸਤਿਗੁਰੂ ਕਹਿੰਦੇ ਉਹ ਦੂਜੇ ਭਾਵ ਵਿੱਚ ਫਸ ਗਿਆ। ਤੇ ਇਹ ਐਸਾ ਝਮੇਲਾ ਹੈ, ਇਹ ਐਸੀ ਦਲਦਲ ਹੈ ਕਿ ਬੰਦੇ ਨੂੰ ਹੇਠਾਂ ਨੂੰ ਖਿੱਚਦੀ ਜਾਂਦੀ। ਇਹਦੇ ਵਿੱਚ ਬੰਦਾ ਜਿੰਨੇ ਨਿਕਲਣ ਦੇ ਯਤਨ ਕਰਦਾ ਉਨਾ ਹੀ ਡੁੱਬਦਾ ਜਾਂਦਾ, ਉਨਾ ਹੀ ਡੁੱਬਦਾ ਜਾਂਦਾ, ਗਲਤਾਨ ਹੋ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਆਪਣੇ ਹਿਰਦੇ ਅੰਦਰ ਵਸਾ ਉਸ ਵਾਹਿਗੁਰੂ ਦੇ ਨਾਮ। ਜਿਨ੍ਹਾਂ ਨੇ ਭੁਲਾ ਦਿੱਤਾ ਉਹ ਭਟਕ ਗਏ, ਜਿਹੜੇ ਭਟਕਣਾ ਵਿੱਚ ਪੈ ਗਏ ਉਹ ਭੁੱਲ ਗਏ, ਜਿਹੜੇ ਮਾਇਆ ਨੂੰ ਵੇਖ ਕੇ ਭਰਮ ਗਏ, ਕਾਮ ਕ੍ਰੋਧ ਵਿੱਚ ਭਰਮ ਗਏ, ਪੈਸਾ ਦੇਖ ਕੇ ਭਰਮ ਗਏ ਕਿ ਪੈਸੇ ਵਿੱਚੋਂ ਸੁੱਖ ਮਿਲੇਗਾ, ਧੀਆਂ ਪੁੱਤ ਦੇਖ ਕੇ ਭਰਮ ਗਏ, ਰੂਪ ਰੰਗ ਦੇਖ ਕੇ ਭਰਮ ਗਏ। ਸਤਿਗੁਰੂ ਕਹਿੰਦੇ ਉਹ ਬੰਦੇ ਕਦੇ ਸੁਖੀ ਨਹੀਂ ਹੁੰਦੇ, ਕਿਉਂਕਿ ਜਿਹੜੀ ਕਿਸੇ ਇੱਕ ਚੀਜ਼ ਨੇ ਭਰਮਾ ਦਿੱਤਾ, ਕਿਸੇ ਇੱਕ ਚੀਜ਼ ਨੇ, ਜਿਹੜੇ ਉਸ ਇੱਕ ਚੀਜ਼ ਮਗਰ ਭੁੱਲ ਗਏ, ਸਤਿਗੁਰੂ ਕਹਿੰਦੇ ਉਹ ਵਾਹਿਗੁਰੂ ਦੇ ਨਾਮ ਨੂੰ ਕਿਵੇਂ ਚਿੱਤੇ ਰੱਖ ਸਕਣਗੇ। ਤੁਸੀਂ ਖਿਆਲ ਕਰਨਾ, ਬਹੁਤ ਬੇਰਾਂ ਤੁਹਾਡੇ ਨਾਲ, ਸਭ ਨਾਲ ਐਸਾ ਹੁੰਦਾ ਕਿ ਬੜੇ ਆਰਾਮ ਨਾਲ, ਬੜੇ ਆਨੰਦ ਨਾਲ ਬਾਣੀ ਪੜ੍ਹਦਾ ਸੀ, ਬੜੇ ਆਨੰਦ ਨਾਲ, ਕਿ ਜਰਾ ਜਿਹੀ ਇੱਕ ਵਿਚਾਰ, ਜਰਾ ਜੀ ਮਾਮੂਲੀ ਜੀ ਛੋਟੀ ਜੀ ਇੱਕ ਵਿਚਾਰ, ਉਹ ਤੁਹਾਨੂੰ ਬਾਣੀ ਪੜ੍ਹਦਿਆਂ ਪੜ੍ਹਦਿਆਂ ਨੂੰ ਤੁਹਾਡੇ ਧਿਆਨ ਨੂੰ ਉਖਾੜ ਕੇ ਲੈ ਗਈ। ਜਰਾ ਜਿਹਾ ਇੱਕ ਖਿਆਲ, ਤੁਹਾਡਾ ਧਿਆਨ ਟੁੱਟ ਗਿਆ, ਭੁੱਲ ਹੀ ਗਿਆ ਵੀ ਕਿੱਥੇ ਪੜ੍ਹ ਰਹੇ ਸੀ, ਕਿੱਥੇ ਪਾਠ ਕਰ ਰਹੇ ਸੀ, ਭੁੱਲ ਹੀ ਗਏ। ਜਰਾ ਜਿਹਾ ਇੱਕ ਖਿਆਲ ਕਿ ਜਰਾ ਜਿਹਾ ਇੱਧਰ, ਜਰਾ ਜਿਹਾ ਦੇਖਿਆ ਨਹੀਂ ਤੇ ਭੁੱਲ ਗਏ। ਹੱਥ ਵਿੱਚ ਗੁਟਕਾ ਫੜਿਆ ਹੋਇਆ, ਕੌਣ ਮੱਥਾ ਟੇਕਣ ਲੱਗਿਆ, ਮਾੜਾ ਜਿਹਾ ਦੇਖਿਆ ਉਧਰ ਨੂੰ, ਉਸੇ ਵੇਲੇ ਮਨ ਭਰਮ ਗਿਆ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਮਨ ਨੂੰ ਭਟਕਣ ਵਾਸਤੇ, ਭਰਮਣ ਵਾਸਤੇ ਬਹੁਤਾ ਸਮਾਂ ਨਹੀਂ ਲੱਗਦਾ। ਜਰਾ ਜੀ ਇੱਕ ਵਿਚਾਰ, ਜਰਾ ਜਿਹਾ ਇੱਕ ਖਿਆਲ, ਜਰਾ ਜਿਹਾ ਧਿਆਨ ਇੱਧਰ ਉੱਧਰ ਗਿਆ ਕਿ ਗਲਤੀ ਹੋ ਗਈ। ਇਸ ਲਈ ਸਤਿਗੁਰੂ ਕਹਿੰਦੇ ਜਿਹੜੇ ਦੂਜੇ ਭਰਮ ਵਿੱਚ ਪਏ ਉਹ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੰਦੇ ਨੇ, ਉਹ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਬਹਿੰਦੇ ਨੇ। ਜਿਨੀ ਨਾਮ ਵਿਸਾਰਿਆ ਦੂਜਾ ਭਰਮ ਭੁਲਾਈ, ਉਹ ਦੂਜੇ ਭਰਮ ਵਿੱਚ, ਮਾਇਆ ਦੇ ਭਰਮ ਵਿੱਚ ਭੁੱਲੇ ਰਹੇ। ਮੂਲ ਛੋੜ ਡਾਲੀ ਲੱਗੇ, ਕਿਆ ਪਾਵੈ ਛਾਈ। ਸਤਿਗੁਰੂ ਕਹਿੰਦੇ ਜਿਹੜਾ ਬੰਦਾ ਮੂਲ ਨੂੰ ਛੱਡ ਕੇ ਡਾਲੀਆਂ ਨਾਲ ਜੁੜੇ, ਉਹ ਕੀ ਪ੍ਰਾਪਤ ਕਰੇਗਾ? ਕਿ ਦਰਖਤ ਦੀ ਟਾਹਣੀ ਨੂੰ ਫੜੇ, ਟਾਹਣੀਆਂ ਬੜੀਆਂ ਕਮਜ਼ੋਰ, ਟੁੱਟ ਜਾਣਗੀਆਂ, ਹੱਥ ਵਿੱਚ ਫੜਿਆ ਜਰਾ ਜਿਹਾ ਉਹਨਾਂ ਨੂੰ ਕੁੱਟਣ ਨਾਲ ਉਹ ਟੁੱਟ ਜਾਂਦੀਆਂ, ਜਰਾ ਜਿਹਾ ਮਰੋੜੋ ਟੁੱਟ ਜਾਂਦੀਆਂ। ਇਹ ਮਾਇਆ ਜਿਹੜੀ ਹੈ ਉਹ ਡਾਲੀਆਂ ਵਾਂਗ ਹੀ ਹੈ। ਤੁਸੀਂ ਉਹਨਾਂ ਨੂੰ, ਉਹਨਾਂ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰਦੇ ਹੋ, ਉਹ ਟੁੱਟ ਜਾਂਦੀਆਂ। ਉਹ ਤਾਂ ਆਪ ਕਿਸੇ ਦੇ ਆਸਰੇ ਟਿਕੀਆਂ ਹੋਈਆਂ। ਦਰਖਤ ਦੀਆਂ ਟਾਹਣੀਆਂ ਉਹ ਤਾਂ ਆਪ ਆਪਣੇ ਮੂਲ ਦੇ ਆਸਰੇ ਟਿਕੀਆਂ। ਮਾਇਆ ਤਾਂ ਆਪ ਪਰਮੇਸ਼ਰ ਦੇ ਆਸਰੇ ਟਿਕੀ ਹੈ, ਅਸੀਂ ਮਾਇਆ ਦਾ ਆਸਰਾ ਲੈਂਦੇ ਫਿਰਦੇ ਹਾਂ। ਇਸ ਲਈ ਮਾਇਆ ਨੇ ਤਾਂ ਆਪ ਡਿੱਗ ਪੈਣਾ,
ਇਸ ਲਈ ਮਾਇਆ ਦੇ ਆਸਰੇ ਅਸੀਂ ਲੱਗਦੇ ਹਾਂ ਤੇ ਤਾਂ ਕਰਕੇ ਡਿੱਗ ਪੈਂਦੇ ਆ, ਤਾਂ ਕਰਕੇ ਠੋਕਰ ਖਾਂਦੇ ਆ, ਕਿਉਂਕਿ ਮਾਇਆ ਆਪ ਭਟਕਦੀ ਹੈ, ਆਪ ਨਹੀਂ ਟਿਕਦੀ। ਇਸ ਕਰਕੇ ਸਤਿਗੁਰੂ ਕਹਿੰਦੇ ਮੂਲ ਛੋੜ, ਜਿਹੜੇ ਬੰਦੇ ਮੁੱਢ ਨੂੰ ਛੱਡ ਕੇ ਡਾਲੀ ਲੱਗੇ, ਡਾਲੀਆਂ ਨਾਲ ਜੁੜੇ, ਕਿਆ ਪਾਵੇਂ ਸ਼ਾਹੀ, ਉਹ ਕੀ ਪ੍ਰਾਪਤ ਕਰਨਗੇ? ਸਵਾਹ। ਸਤਿਗੁਰੂ ਕਹਿੰਦੇ ਸਵਾਹ ਹੀ ਪੱਲੇ ਪੈਣੀ ਉਹਨਾਂ ਦੇ, ਉਹਨਾਂ ਦੇ ਪੱਲੇ ਕੀ ਪਵੇਗਾ? ਖੇ, ਕੁਛ ਨਹੀਂ ਉਹਨਾਂ ਨੂੰ ਹਾਸਲ ਹੋਵੇਗਾ। ਕਿਆ ਪਾਵੇਂ ਸ਼ਾਹੀ, ਸਵਾਹ ਹਾਸਲ ਕਰਨਗੇ। ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਮੂਲ ਨਾਲ ਜੁੜੋ, ਨਾ ਕਿ ਡਾਲੀਆਂ ਨਾਲ। ਪੱਤਿਆਂ ਡਾਲੀਆਂ ਨੇ ਕੁਛ ਨਹੀਂ ਦੇਣਾ, ਇਹ ਤਾਂ ਆਪ ਮੁਰਝਾ ਜਾਂਦੇ ਨੇ। ਦਰਖਤ ਉੱਥੇ ਦਾ ਉੱਥੇ ਰਹਿੰਦਾ, ਉਹਦੀਆਂ ਟਾਹਣੀਆਂ ਕਈ ਵਾਰੀ ਸੁੱਕ ਵੀ ਜਾਂਦੀਆਂ, ਕਈ ਵਾਰੀ ਟੁੱਟ ਵੀ ਜਾਂਦੀਆਂ, ਪੱਤੇ ਪੀਲੇ ਪੈ ਜਾਂਦੇ ਨੇ, ਝੜ ਜਾਂਦੇ ਨੇ, ਪਰ ਉਹ ਦਰਖਤ ਉੱਥੇ ਦਾ ਉੱਥੇ ਟਿਕਿਆ ਰਹਿੰਦਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਜਿਹੜੇ ਵਾਹਿਗੁਰੂ ਦੇ ਚਰਨਾਂ ਨਾਲ ਜੁੜਦੇ ਨੇ ਉਹ ਬੰਦੇ ਹਮੇਸ਼ਾ ਸਥਿਰ ਰਹਿੰਦੇ ਨੇ। ਜਿਹੜੇ ਮਾਇਆ ਨਾਲ ਜੁੜਦੇ ਨੇ, ਮਾਇਆ ਝੜ ਜਾਂਦੀ ਹੈ, ਜਿਵੇਂ ਪੱਤਝੜ ਵਿੱਚ ਪੱਤੇ ਝੜ ਜਾਂਦੇ ਨੇ। ਇਸ ਲਈ ਉਸ ਵਾਹਿਗੁਰੂ ਨਾਲ ਜੁੜਨਾ, ਮੂਲ ਨਾਲ ਜੁੜਨਾ, ਡਾਲੀਆਂ ਨਾਲ ਸਾਂਝ ਨਾ ਪਾਉਣਾ। ਬਿਨ ਨਾਮੈ ਕਿਉਂ ਛੁੱਟੀ ਹੈ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਿਵੇਂ ਛੁੱਟੀਏ, ਕਿਵੇਂ ਛੁਟਕਾਰਾ ਹੋਵੇ? ਜੇ ਜਾਣੈ ਕੋਈ, ਜੇ ਕੋਈ ਇਸ ਗੱਲ ਨੂੰ ਜਾਣ ਲਵੇ, ਗੁਰਮੁਖ ਹੋਏ ਤਾਂ ਛੁੱਟੀ ਹੈ, ਮਨਮੁਖ ਪਤ ਕੋਈ। ਗੁਰਮੁਖ ਹੋਵੇ ਤਾਂ ਬੰਦਾ ਛੁੱਟ ਜਾਵੇ, ਮਨਮੁਖ ਆਪਣੀ ਪੱਤ ਗਵਾ ਕੇ ਜਾਂਦਾ ਹੈ। ਰਹਾ ਜਿਨੀ ਨਾਮ ਏਕੋ ਸੇਵਿਆ, ਪੂਰੀ ਮਤ ਭਾਈ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦੇ ਇੱਕੋ ਨਾਮ ਨੂੰ ਸਿਮਰਿਆ, ਉਸ ਪ੍ਰਮਾਤਮਾ ਨੂੰ ਸੇਵਿਆ, ਉਹੀ ਪੂਰੀ ਮੱਤ ਵਾਲੇ, ਉਹੀ ਸਿਆਣੇ। ਉਹਨਾਂ ਵਰਗੇ ਸਿਆਣੇ, ਉਹਨਾਂ ਵਰਗੇ ਅਕਲਮੰਦ ਹੋਰ ਕੋਈ ਨਹੀਂ। ਮੱਤ ਦੇ ਪੂਰੇ, ਵਾਹਿਗੁਰੂ ਨੂੰ ਸੇਵਣ ਵਾਲੇ, ਪਰਮੇਸ਼ਰ ਦੀ ਆਰਾਧਨਾ ਕਰਨ ਵਾਲੇ। ਜਿਨੀ ਇੱਕੋ ਸੇਵਿਆ ਪੂਰੀ ਮੱਤ ਭਾਈ। ਹੇ ਭਾਈ, ਉਹਨਾਂ ਦੀ ਮੱਤ ਪੂਰੀ ਹੈ, ਉਹ ਮਤਵੰਤ ਨੇ, ਉਹ ਸਿਆਣੇ ਨੇ। ਕਿਰਪਾ ਤੇ ਸੁਖ ਪਾਇਆ। ਸਤਿਗੁਰੂ ਕਹਿੰਦੇ ਵਾਹਿਗੁਰੂ ਦੀ ਕਿਰਪਾ ਨਾਲ ਸੁਖ ਪ੍ਰਾਪਤ ਹੋਇਆ। ਪਰਮੇਸ਼ਰ ਦੀ ਕਿਰਪਾ ਨਾਲ, ਵਾਹਿਗੁਰੂ ਦੀ ਰਹਿਮਤ ਨਾਲ ਸੁਖ ਪਾਇਆ। ਕਿਰਪਾ ਤੇ ਸੁਖ ਪਾਇਆ, ਸਾਚੇ ਪਰਥਾਈ। ਉਸ ਸੱਚੇ ਪਰਮਾਤਮਾ ਨਾਲ ਜੁੜਨ ਨਾਲ, ਜਦੋਂ ਹੀ ਸਾਡੀ ਸਾਂਝ ਉਸ ਸੱਚੇ ਨਾਲ ਪੈਂਦੀ ਹੈ, ਅਸੀਂ ਉਸ ਸੱਚੇ ਪਰਮੇਸ਼ਰ ਨਾਲ ਜੁੜਦੇ ਹਾਂ। ਉਹਦੇ ਪਰਥਾਏ ਸਾਡਾ ਕਰਮ, ਸਾਡਾ ਸਿਮਰਨ, ਸਾਡਾ ਗੁਰੂ ਦੇ ਦਰ ਬਹਿਣਾ, ਸਾਡੀ ਸੇਵਾ, ਸਾਡੇ ਤਰਫੋਂ ਕੀਤਾ ਗਿਆ ਹਰ ਕਰਮ ਜਦੋਂ ਉਹਦੇ ਪਰਥਾਏ ਹੈ, ਉਹਦੇ ਲਈ, ਸਾਡਾ ਹਰ ਕਰਮ ਉਹਦੇ ਲਈ ਹੋਵੇ, ਸਾਡਾ ਇੱਕ ਇੱਕ ਕਦਮ ਚੱਲਣਾ ਉਹਦੇ ਵਾਸਤੇ ਹੋਵੇ, ਮਾਇਆ ਵਾਸਤੇ ਨਹੀਂ। ਜਿਨ੍ਹਾਂ ਦਾ ਹਰ ਕਰਮ ਉਹਦੇ ਪਰਥਾਏ ਹੈ, ਸਤਿਗੁਰੂ ਕਹਿੰਦੇ ਉਹਨਾਂ ਨੇ ਪਾ ਲਿਆ, ਉਹਨਾਂ ਦੇ ਉਹਦੀ ਕਿਰਪਾ ਨਾਲ ਸੁੱਖ ਪਾ ਲਿਆ, ਉਹਨਾਂ ਨੂੰ ਸੁੱਖ ਮਿਲ ਗਿਆ। ਇਸ ਲਈ ਸਤਿਗੁਰੂ ਕਹਿੰਦੇ ਇੱਕੋ ਉਸ ਵਾਹਿਗੁਰੂ ਨੂੰ ਸੇਵੋ, ਉਹਦੀ ਕਿਰਪਾ ਨਾਲ ਸੁੱਖ ਮਿਲਦਾ, ਉਹਦੀ ਰਹਿਮਤ ਨਾਲ। ਇੱਕੋ ਸੇਵੋ ਭਾਈ, ਜਿਨੀ ਇੱਕੋ ਸੇਵਿਆ ਪੂਰੀ ਮਤ ਭਾਈ। ਉਹ ਪੂਰੀ ਮਤ ਵਾਲੇ, ਉਹਨਾਂ ਨੂੰ ਮਾਇਆ ਨਹੀਂ ਵਿਆਪਦੀ। ਆਦ ਜੁਗਾਦ ਨਿਰੰਜਨਾ, ਜਨ ਹਰਿ ਸਰਨਾਈ। ਆਦ, ਉਹ ਆਦ ਤੋਂ ਹੀ, ਮੁੱਢ ਤੋਂ ਹੀ ਉਸ ਨਿਰੰਜਨ ਪ੍ਰਮਾਤਮਾ ਦੀ ਸ਼ਰਨ ਵਿੱਚ ਜੁੜੇ ਰਹਿੰਦੇ ਨੇ। ਜਨ ਹਰਿ ਸਰਨਾਈ, ਵਾਹਿਗੁਰੂ ਦਾ ਜਨ, ਪਰਮੇਸ਼ਰ ਦਾ ਸੇਵਕ ਹਰ ਵੇਲੇ ਹਮੇਸ਼ਾ ਉਹਦੀ ਸ਼ਰਨ ਵਿੱਚ ਹੀ ਰਹਿੰਦਾ। ਉਹ ਕਿਤੇ ਵੀ ਹੋਵੇ, ਉਹ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ, ਕਿਤੇ ਵੀ ਉਹ ਕੁਛ ਵੀ ਕਰੇ, ਉਹਦਾ ਹਰ ਕਰਮ ਪਰਮਾਤਮਾ ਦੀ ਆਰਾਧਨਾ, ਪਰਮਾਤਮਾ ਦਾ ਸਿਮਰਨ। ਇਸ ਲਈ ਸਤਿਗੁਰੂ ਕਹਿੰਦੇ ਉਹ ਹਰ ਵੇਲੇ ਆਪਣੇ ਆਪ ਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਹੀ ਮਹਿਸੂਸ ਕਰਦਾ ਹੈ। ਸਾਹਿਬ ਮੇਰਾ ਏਕ ਹੈ ਅਵਰ ਨਹੀਂ ਭਾਈ। ਸਤਿਗੁਰੂ ਕਹਿੰਦੇ ਵਾਹਿਗੁਰੂ ਮੇਰਾ ਉਹ ਇੱਕੋ ਹੀ ਹੈ, ਮੇਰਾ ਮਾਲਕ ਇੱਕੋ ਹੀ ਹੈ, ਉਹਦੇ ਤੋਂ ਬਿਨਾਂ ਕੋਈ ਦੂਸਰਾ ਨਹੀਂ। ਸਾਹਿਬ ਇੱਕ ਹੀ ਹੋ ਸਕਦਾ, ਬਹੁਤੇ ਥੋੜੀ ਨਾ।
ਮਾਲਕ ਬਹੁਤੇ ਨਹੀਂ ਹੋ ਸਕਦੇ, ਖਸਮ ਬਹੁਤੇ ਨਹੀਂ ਹੋ ਸਕਦੇ, ਇੱਕੋ ਹੀ ਹੋ ਸਕਦਾ। ਜਿਵੇਂ ਅਸੀਂ ਆਮ ਕਹਿੰਦੇ ਨਾ ਕਿ ਇੱਕੋ ਹੀ ਪਿਤਾ ਹੋ ਸਕਦਾ, ਬਹੁਤੇ ਥੋੜੀ ਨਾ ਹੋ ਸਕਦੇ। ਉਹ ਵਾਹਿਗੁਰੂ ਇੱਕੋ ਹੀ, ਅਵਰ ਨਹੀਂ ਭਾਈ। ਸਤਿਗੁਰੂ ਕਹਿੰਦੇ ਹੋਰ ਨਹੀਂ ਕੋਈ, ਹੋਰ ਨਹੀਂ। ਇਸ ਲਈ ਇੱਕੋ ਵੇਲੇ ਤੁਸੀਂ ਇੱਕ ਬੇੜੀ ਵਿੱਚ ਹੀ ਸਵਾਰ ਹੋ ਸਕਦੇ ਹੋ। ਕੋਈ ਵੀ ਬੰਦਾ ਇੱਕ ਵੇਲੇ ਇੱਕੋ ਬੇੜੀ ਵਿੱਚ ਸਵਾਰ ਹੋ ਸਕਦਾ ਹੈ। ਤੇ ਉਹ ਜੇ ਕਹੇ ਕਿ ਮੈਂ ਇੱਕੋ ਵੇਲੇ ਦੋਨੋਂ ਬੇੜੀਆਂ ਵਿੱਚ ਪੈਰ ਧਰਨਾ, ਤਾਂ ਇਹ ਸੰਭਵ ਨਹੀਂ ਹੈ। ਕਿਵੇਂ ਦੋਨੋਂ ਬੇੜੀਆਂ ਵਿੱਚ ਪੈਰ ਧਰੇਗਾ? ਕੋਈ ਕਹੇ ਕਿ ਜੀ ਮੈਂ ਤਾਂ ਗੁਰੂ ਨਾਨਕ ਨੂੰ ਵੀ ਮੰਨਣਾ ਹੈ, ਕੋਈ ਕਹੇ ਜੀ ਮੈਂ ਤਾਂ ਕ੍ਰਿਸ਼ਨ ਨੂੰ ਵੀ ਮੰਨਣਾ ਹੈ, ਕੋਈ ਕਹੇ ਜੀ ਮੈਂ ਤਾਂ ਮਸਜਿਦ ਵਿੱਚ ਵੀ ਜਾਣਾ ਹੈ, ਮੈਂ ਤਾਂ ਚਰਚ ਵਿੱਚ ਵੀ ਜਾਣਾ ਹੈ, ਮੈਂ ਤਾਂ ਜੀਸਸ ਨੂੰ ਵੀ ਮੰਨਣਾ ਹੈ। ਤੇ ਉਹ ਇੱਕੋ ਵੇਲੇ ਸਾਰੀਆਂ ਬੇੜੀਆਂ ਵਿੱਚ ਕਿਵੇਂ ਚੜ੍ਹੇਗਾ? ਇੱਕੋ ਵੇਲੇ ਉਹ ਕਿਵੇਂ ਸਾਰਾ ਕੁਝ ਕਰ ਲਏਗਾ? ਇੱਕੋ ਵੇਲੇ ਸਾਰਾ ਕੁਝ ਨਹੀਂ ਹੋ ਸਕਦਾ। ਜਾਂ ਤਾਂ ਉਸ ਨੂੰ ਗੁਰੂ ਨਾਨਕ ਦਾ ਲੜ ਫੜਨਾ ਪਏਗਾ, ਜਾਂ ਉਹਨੂੰ ਕ੍ਰਿਸ਼ਨ ਦਾ ਲੜ ਫੜਨਾ ਪਏਗਾ, ਜਾਂ ਉਸ ਨੂੰ ਜੀਸਸ ਦਾ, ਜਾਂ ਉਸ ਨੂੰ ਈਸਾਈਅਤ ਦਾ, ਜਾਂ ਮੁਹੰਮਦ ਸਾਹਿਬ ਦਾ। ਇੱਕੋ ਵੇਲੇ ਉਹ ਸਾਰਿਆਂ ਦੇ ਨਾਲ ਨਹੀਂ ਜੁੜ ਸਕਦਾ। ਇਸ ਲਈ ਪਹਿਲਾਂ ਕੋਈ ਇੱਕ ਮਾਰਗ ਹੀ ਲੈਣਾ ਪਵੇਗਾ। ਹੁਣ ਗੁਰਦੁਆਰਾ ਸਾਹਿਬ ਨੂੰ ਆਉਣ ਨੂੰ ਕਈ ਰਾਹ ਨੇ। ਹੁਣ ਕੋਈ ਬੰਦਾ ਇਸ ਗੱਲ ਦੇ ਉੱਤੇ ਝਗੜਾ ਕਰੇ ਕਿ ਨਹੀਂ ਮੈਂ ਸਾਰੇ ਰਾਹਾਂ ਦੇ ਉੱਤੇ ਤੁਰ ਕੇ ਜਾਣਾ। ਹੁਣ ਸਾਰੇ ਰਾਹਾਂ ਤੇ ਕਿਵੇਂ ਤੁਰੇਗਾ? ਇੱਕੋ ਰਾਹ ਤੇ ਤੁਰ ਸਕਦਾ ਨਾ, ਕਿਉਂਕਿ ਲੱਤਾਂ ਤੇ ਦੋ ਹੀ ਨੇ। ਤੁਰਨਾ ਤਾਂ ਉਹਨਾਂ ਦੋ ਲੱਤਾਂ ਨਹੀਂ ਨੇ। ਇਹ ਤੇ ਹੈ ਨਹੀਂ ਕਿ ਉਹਦੀਆਂ ਬਹੁਤ ਸਾਰੀਆਂ ਲੱਤਾਂ ਹੈ ਕਿ ਉਹ ਸਾਰੇ ਰਾਹਾਂ ਤੇ ਤੁਰ ਸਕਦਾ। ਬਹੁਤ ਸਾਰੀਆਂ ਵੀ ਹੋਣ ਤਾਂ ਵੀ ਉਹ ਇੱਕੋ ਹੀ ਰਾਹ ਤੇ ਤੁਰ ਸਕਦਾ। ਜਿਵੇਂ ਕਈ ਕੀੜੇ ਮਕੌੜੇ ਹੈਗੇ ਨੇ, ਉਹਨਾਂ ਦੀਆਂ 10-10 20-20 ਲੱਤਾਂ ਹੁੰਦੀਆਂ, ਪਰ ਉਹ ਤੁਰ ਤਾਂ ਉਹ ਵੀ ਇੱਕੋ ਹੀ ਰਾਹ ਤੇ ਸਕਦੇ ਨੇ, ਸਾਰੇ ਰਾਹਾਂ ਤੇ ਨਹੀਂ ਤੁਰ ਸਕਦੇ। ਇਸ ਕਰਕੇ ਸਤਿਗੁਰੂ ਕਹਿੰਦੇ ਵਾਹਿਗੁਰੂ ਇੱਕੋ ਹੀ ਹੈ। ਉਸ ਇੱਕ ਨੂੰ ਆਪਣੇ ਹਿਰਦੇ ਵਿੱਚ ਵਸਾਵੋ ਤੇ ਇੱਕ ਦੇ ਲੜ ਲੱਗੋ। ਇੱਕ ਦੇ, ਉਸ ਇੱਕ ਦੇ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ। ਇਸ ਲਈ ਸਤਿਗੁਰੂ ਕਹਿੰਦੇ ਉਸ ਇੱਕ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ। ਸਾਹਿਬ ਮੇਰਾ ਏਕ ਹੈ, ਅਵਰ ਨਹੀਂ ਭਾਈ। ਉਸ ਤੋਂ ਬਿਨਾਂ ਕੋਈ ਹੋਰ ਹੈ ਨਹੀਂ। ਉਸ ਤੋਂ ਬਿਨਾਂ ਮੈਂ ਕਿਹਦੇ ਚਰਨਾਂ ਨਾਲ ਜੁੜਾਂ? ਕੋਈ ਦਿਸਦਾ ਹੀ ਨਹੀਂ ਹੋਰ ਉਹਦੇ ਜੈਸਾ। ਕਿਰਪਾ ਤੇ ਸੁਖ ਪਾਈਐ ਸਾਚੇ ਪਰਥਾਈ। ਉਹਦੀ ਕਿਰਪਾ ਨਾਲ ਹੀ ਸੁੱਖ ਮਿਲਦਾ ਜਦੋਂ ਸਾਡਾ ਕਰਮ ਉਹਦੇ ਲਈ ਕੀਤਾ ਗਿਆ ਹੋਵੇ। ਸਾਡਾ ਹਰ ਕਰਮ ਜਦੋਂ ਉਹਦੇ ਵਾਸਤੇ, ਤਦੋਂ ਗੁਰਬਿਨ ਕਿੰਨੇ ਨਾ ਪਾਇਓ ਕੀਤੀ ਕਹਿ ਕਹਾਏ। ਸਤਿਗੁਰੂ ਕਹਿੰਦੇ ਗੁਰੂ ਤੋਂ ਬਿਨਾਂ ਕਿਸੇ ਨੇ ਕੁਝ ਹਾਸਲ ਨਹੀਂ ਕੀਤਾ। ਗੁਰੂ ਤੋਂ ਬਿਨਾਂ ਕਦੇ ਕੋਈ ਕੁਝ ਪ੍ਰਾਪਤ ਨਹੀਂ ਕਰਦਾ। ਗੁਰੂ ਰਾਹੀਂ ਹੀ ਸਾਨੂੰ ਕੁਝ ਹਾਸਲ ਹੁੰਦਾ ਹੈ। ਸਤਿਗੁਰੂ ਕਹਿੰਦੇ ਬੜੀ ਦੁਨੀਆ ਕਹਿਣ ਕਹਾਉਣ ਨੂੰ ਤਾਂ ਬਹੁਤ ਕੁਝ ਕਹਿੰਦੀ ਹੈ। ਲੋਕ ਕਹਿਣ ਕਹਾਉਣ ਨੂੰ ਤਾਂ ਬੜਾ ਕੁਝ ਆਖਦੇ ਨੇ, ਬੜਾ ਕੁਝ ਕਰਦੇ ਨੇ, ਪਰ ਕੀ ਇਸ ਤਰ੍ਹਾਂ ਕੁਝ ਹਾਸਲ ਹੁੰਦਾ ਹੈ? ਕੁਝ ਵੀ ਨਹੀਂ। ਗੁਰੂ ਤੋਂ ਬਿਨਾਂ ਕਦੇ ਕਿਸੇ ਨੂੰ ਕੁਝ ਮਿਲਿਆ? ਐਸਾ ਕਿਤੇ ਦੇਖਣ ਸੁਣਨ ਵਿੱਚ ਨਹੀਂ ਆਉਂਦਾ। ਗੁਰਬਿਨ ਕਿੰਨੇ ਨਾ ਪਾਇਓ। ਗੁਰੂ ਤੋਂ ਬਿਨਾਂ ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਕੀਤੀ ਕਹਿ ਕਹਾਏ। ਕਿੰਨੀ ਦੁਨੀਆ ਕਹਿੰਦੀ ਫਿਰਦੀ ਹੈ। ਆਪ ਦਿਖਾਵੇ ਬਾਟੜੀ। ਗੁਰੂ ਆਪ ਕਿਰਪਾ ਕਰਕੇ ਰਾਹ ਵਿਖਾਉਂਦਾ ਹੈ। ਗੁਰੂ ਆਪ ਰਹਿਮਤ ਕਰਕੇ ਰਾਹ ਵਿਖਾਉਂਦਾ ਹੈ। ਆਪ ਦਿਖਾਵੇ ਬਾਟੜੀ। ਸੱਚੀ ਭਗਤ ਦ੍ਰਿੜਾਏ। ਤੇ ਸੱਚੀ ਭਗਤੀ ਸਾਡੇ ਹਿਰਦੇ ਅੰਦਰ ਦ੍ਰਿੜ ਕਰ ਦਿੰਦਾ ਹੈ। ਸੱਚੀ ਭਗਤੀ ਦੇ ਵਿੱਚ ਸਾਨੂੰ ਜੋੜਦਾ ਹੈ। ਜਦੋਂ ਸਾਡੀ ਸੱਚੀ ਨਿਸ਼ਚਾ ਹੁੰਦੀ ਹੈ, ਸਾਡੀ ਨਿਸ਼ਠਾ, ਸਾਡੀ ਸ਼ਰਧਾ, ਸਾਡਾ ਭਰੋਸਾ ਜਦੋਂ ਸੱਚਾ ਹੁੰਦਾ ਹੈ, ਤਾਂ ਸਾਨੂੰ ਰਾਹ ਲੱਭ ਹੀ ਪੈਂਦਾ ਹੈ, ਤਾਂ ਗੁਰੂ ਮਿਲ ਹੀ ਪੈਂਦਾ ਹੈ। ਗੁਰੂ ਨਾਲ ਸਾਂਝ ਬਣੀ ਜਾਂਦੀ ਹੈ। ਇਸ ਲਈ ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਸਾਡੀ ਨਿਸ਼ਠਾ ਕੈਸੀ ਹੈ। ਅਸੀਂ ਗੁਰੂ ਦੇ ਦਰ ਬੈਠੇ ਹਾਂ, ਸਾਡੀ ਮਨੋਦਸ਼ਾ ਕੀ, ਸਾਡੀ ਭਾਵਨਾ ਕੀ ਹੈ, ਸਾਨੂੰ ਕੀ ਪ੍ਰਤੀਤ ਹੈ, ਕਿੰਨੀ ਕੁ ਪ੍ਰਤੀਤ ਹੈ ਗੁਰੂ ਤੇ।
इन्हां गल्लां ते निर्भर करदा है। इस करके सतगुरु कहंदे जिन्हां दी प्रतीत सच्ची है, भरोसा सच्चा है, शरधा सच्ची है, जिन्हां दी भावना सच्ची है, उन्हां नूं राह मिल पैंदा है। वाहिगुरू आप राह विखा दिंदा है। आप दिखावै बाटड़ी सच्ची भगत दृढ़ाए, ते सच्ची भगती उन्हां दे हिरदे विच दृढ़ करदा है। पर दूसरे पासे इस तो उल्ट जिहड़ा मनमुख बंदा है, सतगुरु कहंदे मनमुख दा कुछ नहीं हुंदा, क्योंकि उहदी शरधा भी झूठी, उहदी भावना भी कोई नहीं, वो कर्म करदा है, बस दिखावे दा कर्म करदा है, दिखावे दा कि वो सेवा नूं भी सेवा नहीं जानदा, बस ठीक है जी काम है करना है। सतगुरु कहंदे बस उलझिया रहिंदा है। ते ऐसे बंदे नूं जे कोई समझाउण दी कोशिश भी करे तो सतगुरु कहंदे उहनूं समझाया नहीं जा सकदा। मनमुख जे समझाइए भी उजड़ जाए। मनमुख बंदे नूं जे तुसीं समझाओ कि भाई आह काम इवें नहीं इवें कर लै, सतगुरु कहंदे वो नहीं समझदा, वो नहीं समझदा। उहनूं की कहो? सतगुरु कहंदे भी उजड़ जाए, उन्हें फिर भी उजड़ वाले पासे नूं गलत पासे ही जाना है। उन्हें जो मर्जी कर लो, उहदा हल नहीं किया जा सकता। कबीर साहब ने तो इत्थों तक कहा, कबीर साहब कहंदे जिवें कुत्ते दे कंन दे विच कोई बंदा सिमरतियां शास्त्रां दा पाठ करे, कुत्ते नूं कोई फर्क पै जांदा उहदे नाल? उहदे कंन विच जिन्ना मर्जी तुसीं मंत्रां दा जाप करो, उहने कुत्ते दा कुत्ता ही रहना, उहदे अंदर कोई बदलाव नहीं आउंदा। मनमुख बंदे नूं इसे तरह जिन्ना मर्जी समझावो, वो मनमुख दा मनमुख ही रहिंदा है। उन्हें करना उही जो उसनूं चंगा लगदा है। सतगुरु ने होर बड़ा प्यारा बचन एक बाणी अंदर कहा। सतगुरु कहंदे जिवें निम दा दरख्त बड़ा कौड़ा हुंदा है, हुण निम दे दरख्त विच तुसीं जिन्ना मर्जी मिठा घोल घोल के पाई जाओ, उहदीआं जड़ां विच मिठा पानी शरबत मिठा घोल घोल पाई जाओ, पर उहदा सुभाअ तां कड़त्तण है, ते वो कड़त्तण ही देवेगा। निम कौड़ी होई रहनी, उन्हें मिठी नहीं आउणा। मनमुख ऐसा ही है, मनमुख बंदा कौड़ा ही रहिंदा है। मनमुख बंदा कड़त्तण दे नाल ही भरिया रहिंदा है, उहदे अंदर मिठास नहीं आउंदी। इसलिए मनमुख बंदा चाहे गुरु दे दर जुड़ जावे, चाहे वो बाणी भी पढ़दा रहे, चाहे वो सेवा भी करदा रहे, वो मनमुख दा मनमुख ही रहिंदा, क्योंकि अपनी मूर्खता नहीं छड्डदा, अपना ढीठपुणा नहीं छड्डदा, अपना सुभाअ नहीं छड्डदा। अपनी गलती पता लगण दे बावजूद भी उहनूं मनदा नहीं। इसलिए सतगुरु कहंदे इस नूं अपने हिरदे विच वसावो, चंगी तरह जान लवो कि बिन हर नाम ना छूट सी। वाहिगुरू दे नाम तो बिना छुटकारा नहीं है, मर नरक समाए। ते ऐसा बंदा मनमुख वो मर के नरक विच ही जांदा है, नरक ही भोगना पैंदा है उसनूं। वो जिउंदे जी भी नरकियां वाला जीवन ही है, ते मरण तो बाद भी नरकी है। बिन हर नाम ना छूट सी, मर नरक समाए, जन्म मरै भरमाईऐ, हर नाम ना लेवै। जिहड़ा बंदा वाहिगुरू दा नाम नहीं लैंदा, सतगुरु कहंदे वो जम्मण मरण दे गेड़ विच पिया रहिंदा, वो जन्म मरण दे गेड़ विच उलझिया रहिंदा। जन्म मरै भरमाईऐ, जमदा मरदा भटकदा, पता नहीं किन्ने क जन्मां तो इसे तरह भटक रहा है। ऐसा ही भटकी जांदा है, भटकी जांदा है, उहदे सुभाअ विच बदलाव नहीं आउंदा, उसे तरह मनमुख ही रहिंदा। सतगुरु कहंदे जिहड़ा नाम रब दा नाम नहीं ना लैंदा, वो जम्मण मरण दे गेड़ विच पिया रहिंदा है, ताकि कीमत ना पवे। उस बंदे दी कदे कीमत नहीं पैंदी, कदे वो प्रवान नहीं हुंदा गुरु दे दर। बिन गुर की सेवा, गुरु दी सेवा कीते बिना, गुरु दी सेवा कीते बिना असीं उहदे दर प्रवान नहीं हुंदे। गुरु दी सेवा तो मतलब गुरु दे दसे मार्ग ते चले बिना। गुरु सानू कुछ करन लई कहंदा, असीं वो करदे ही नहीं।
गुरु कहंदा ये काम इवें करना है, असीं अपनी मर्जी नाल करदे हां, अपनी मन मुताबक। इस करके सतगुरु कहंदे ऐसे बंदे दी कीमत नहीं पैंदी, वो थां नहीं पैंदा, वो प्रवान नहीं हुंदा, कदे उसनूं गुरु दी रहमत हासिल नहीं हुंदी, क्योंकि अपनी मन मर्जी करदा है। ते अपनी मन मर्जी करने वाला कदे सुखी नहीं हुंदा, उन्होंने कदे सुख हासिल नहीं हुंदा। ताकि कीमत ना पवे बिन गुर की सेवा, गुरु की सेवा तो बिना जिहड़े लोग इधर उधर होर चीज़ां विच उलझे रहिंदे ने, वो दुख ही पाउंदे ने। इसलिए ये गल चेते रखना कि गुरु दे दर ते जदों आपां जुड़े हां तां हमेशा ਉਹਦੇ हुक्म मुताबक, ਉਹਦੀ रज़ा मुताबक ਚੱਲਣ ਦਾ ਯਤਨ करना, कोशिश करना कि असीं ਉਹਦੇ हुक्म मुताबक ਚੱਲਦੇ रहीए, साडा हर एक कदम ਉਹਦੀ रज़ा ਵਿੱਚ ਹੋਵੇ, साडा बोल ਉਹਦੇ ਭਾਣੇ ਵਿੱਚ ਹੋਵੇ, साडा देखना, साडा सुनना, साडा हर करन ਉਹਦੀ रज़ा मुताबक ਹੋਵੇ। ਜਦੋਂ इस ढंग ਨਾਲ ਅਸੀਂ ਉਹਦੀ रज़ा ਵਿੱਚ ਤੁਰਦੇ ਹਾਂ तदों साडी कीमत पैंदी है, तदों असीं उहदे दर ते प्रवान हुंदे हां। जे ही सेव कराई है करनी पीसाई, सतगुरु कहंदे जेहो जी सेवा वो साडे कोलों कराउंदा है ओही हुंदी है, ते ओही करनी चाहिदी है। करनी पीसाई ओही करनी चाहिदी जिहड़ी वो कराउणी चाहे, जो सेवा वो करवाउणा चाहे वो करो, अपने मन नाल नहीं कि मेरा मन कहता आ करना ओ करना, नहीं, जो गुरु करन नूं कहे वो करो। सतगुरु कहते ओ सेवा कर, सा सेवा कीती सफल है जित सतगुरु का मन मन्ने, कि जिस नाल गुरु का मन मन जाए। क्योंकि गल तो सिर्फ इन्नी है कि असीं वो काम करिए जिहड़ा गुरु नूं चंगा लगे, जिहड़ा गुरु नूं भावे। जे गुरु नूं नहीं पाउंदा तो फिर साडा बाहरों कीता दिखावे दा कर्म उहदी की महत्ता रह गई, कुछ भी नहीं। असीं दुनिया नूं खुश करन वास्ते करन लगे होए हां कि लोग खुश हो जाण, लोग प्रसन्न हो जाण। लोग प्रसन्न हो भी जाणगे तां भी की हासिल होवेगा, तां भी की मिलेगा, कुछ भी नहीं। पर जे गुरु रीझ पिया, जे गुरु प्रसन्न हो गया तो बहुत कुछ हासिल हो जाएगा। गुरु रीझ पिया तो वो मिल जाएगा जिहदी असीं कल्पना भी नहीं की। इस करके सतगुरु कहंदे जे ही सेव कराई है, जे ही सेव वो कराउंदा है, करनी पीसाई ओहो जी ही करनी चाहिदी है। ओही आप करे किस आखी है। सतगुरु कहंदे वो आप करदा है सब कुछ, किहनूं कहीए, वो सब कुछ आप करदा है ते सब कुछ आप कराउंदा है। आप करे किस आखी है वेखै वडियाई। सतगुरु कहंदे ये सब ओदी वडियाई है, वो वडियाई दे के आप ही वेखदा है। सानू उहने वडियाई दे दित्ती, कोई रुतबा कोई अहुदा उन्हें बख्श दिता, ते हुण वो सानू वेखदा है कि असीं उस रुतबे नूं उस अहुदे नूं हासिल करके लोकां दे नाल दूसरियां नाल कैसा बिहेव करदे हां। वो देखदा है तमाशा कि जदों तक सानू अहुदा नहीं सी मिलिया उदों असीं किवें सारियां नूं निमरता दे नाल मिलदे सी, पर हुण जद अहुदा मिल गया तां हुण ओए गल सुण, हुण हंकार, हुण हउमैं। सतगुरु कहंदे वाहिगुरू देखदा सब तमाशा, वाहिगुरू देखदा। इसलिए सतगुरु कहंदे आ वो जे दात दिंदा तां वो खो भी लैंदा, वो रुतबा दिंदा तां वो रुतबा वापस भी ले लैंदा। इसलिए वो देण लग्गियां भी देर नहीं लाउंदा ते वो वापस लैण लग्गियां भी देर नहीं लाउंदा। इसलिए कुछ भी चीज़ हासिल हो जाए भावें वो छोटी होवे चाहे बड़ी, चाहे रुतबा कोई मामूली होवे चाहे कोई बहुत बड़ा होवे,
ਉਹਦੇ ਮਿਲਣ ਤੋਂ ਨਿਮਰਤਾ ਵਿੱਚ ਹੀ ਰਹਿਣਾ, ਸਾਦਗੀ ਵਿੱਚ ਹੀ ਰਹਿਣਾ। ਸਤਿਗੁਰੂ ਕਹਿੰਦੇ ਉਹਨੇ ਦਿੱਤਾ, ਉਹਨੇ ਲੈ ਵੀ ਲੈਣਾ। ਇਸ ਲਈ ਆਪ ਕਰੇ ਕਿ ਸਾਖੀ ਹੈ, ਵੇਖਿਆ ਵਡਿਆਈ। ਉਹ ਆਪ ਹੀ ਦਿੰਦਾ ਤੇ ਆਪ ਹੀ ਵੇਖਦਾ ਸਾਨੂੰ ਸਭ ਨੂੰ ਦੇਖਦਾ। ਸਤਿਗੁਰੂ ਕਹਿੰਦੇ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ। ਗੁਰੂ ਦੀ ਸੇਵਾ ਉਹ ਕਰਦਾ ਜਿਹਦੇ ਤੋਂ ਵਾਹਿਗੁਰੂ ਆਪ ਕਿਰਪਾ ਕਰਕੇ ਕਰਾ ਲੈਂਦਾ। ਮਤਾਂ ਅਸੀਂ ਕਿਤੇ ਭਰਮ ਪਾਲੀਏ ਆਪਣੇ ਮਨ ਵਿੱਚ ਕਿ ਸਾਡੇ ਤੋਂ ਬਿਨਾਂ ਤਾਂ ਕੋਈ ਸੇਵਾ ਕਰਾ ਹੀ ਨਹੀਂ ਸੀ ਸਕਦਾ, ਮੈਂ ਨਾ ਆਉਂਦਾ ਤਾਂ ਸੇਵਾ ਹੋਣੀ ਨਹੀਂ ਸੀ। ਇਹ ਤਾਂ ਭੁਲੇਖਾ ਹੀ ਹੈ ਸਾਡੇ ਮਨ ਵਿੱਚ। ਅਸੀਂ ਹੋਈਏ ਚਾਹੇ ਨਾ ਹੋਈਏ, ਗੁਰੂ ਦੇ ਦਰ ਦੀ ਸੇਵਾ ਤਾਂ ਹੁੰਦੀ ਹੋਈ ਰਹਿਣੀ। ਉਹ ਤਾਂ ਹਮੇਸ਼ਾ ਤੋਂ ਹੀ ਗੁਰੂ ਆਪ ਹੀ ਕਰਾ ਲੈਂਦਾ। ਸਤਿਗੁਰੂ ਕਹਿੰਦੇ ਉਹ ਆਪਣਾ ਕੰਮ ਆਪ ਹੀ ਕਰਾ ਲੈਂਦਾ। ਇਸ ਲਈ ਸਾਡੇ ਰਾਹੀਂ ਕੁਛ ਵੀ ਨਹੀਂ, ਉਹਨੇ ਸਾਡੇ ਤੋਂ ਕਰਵਾ ਲਿਆ। ਬਸ ਹਮੇਸ਼ਾ ਅਸੀਂ ਇਹ ਜਾਣੀਏ ਕਿ ਉਹਨੇ ਸਾਡੇ ਤੋਂ ਕਰਾ ਲਿਆ, ਉਹਨੇ ਸਾਡੇ ਤੋਂ ਕਥਾ ਕੀਰਤਨ ਕਰਵਾ ਲਿਆ, ਉਹਨੇ ਸਾਡੇ ਤੋਂ ਸੇਵਾ ਲੈ ਲਈ, ਉਹ ਸਾਨੂੰ ਇੱਥੇ ਲੈ ਆਇਆ। ਇਸ ਲਈ ਹੰਕਾਰ ਨਾ ਕਰਨਾ ਕਿਸੇ ਗੱਲ ਦਾ। ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ। ਜਿਹਨੂੰ ਵਾਹਿਗੁਰੂ ਆਪ ਕਿਰਪਾ ਕਰਕੇ ਕਰਵਾਉਂਦਾ ਉਹੀ ਸੇਵਾ ਕਰਦਾ, ਜਿਹਦੇ ਤੋਂ ਆਪ ਕਿਰਪਾ ਕਰਕੇ ਸੇਵਾ ਲੈ ਲੈਂਦਾ। ਨਾਨਕ ਸਿਰ ਦੇ ਛੁੱਟੀ ਹੈ। ਸਤਿਗੁਰੂ ਕਹਿੰਦੇ ਹੇ ਭਾਈ, ਆਪਣਾ ਸਿਰ ਦੇਣਾ ਪੈਂਦਾ ਤਾਂ ਛੁਟਕਾਰਾ ਹੁੰਦਾ। ਨਾਨਕ ਸਿਰ ਦੇ ਛੁੱਟੀ ਹੈ। ਸਿਰ ਦੇ ਕੇ ਦਰਗਾਹ ਪੱਤ ਪਾਏ, ਤਾਂ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪੱਤ ਮਿਲਦੀ, ਤਾਂ ਇੱਜ਼ਤ ਹਾਸਲ ਹੁੰਦੀ। ਸਿਰ ਦੇ ਕੇ ਛੁਟਕਾਰਾ ਹੋਣਾ। ਸਿਰ ਦਿੱਤੇ ਬਿਨਾ ਗੱਲ ਬਣਨੀ ਨਹੀਂ, ਸਿਰ ਦਿੱਤੇ ਬਿਨਾ ਨਹੀਂ ਗੱਲ ਬਣਨੀ। ਇਸ ਲਈ ਤੇ ਸਤਿਗੁਰੂ ਕਹਿੰਦੇ ਕਿ ਸਿਰ ਦੇ ਆਪਣਾ ਆਪ ਉਹਦੇ ਚਰਨਾਂ ਦੇ ਵਿੱਚ ਸੌਂਪ, ਭੇਂਟ ਕਰਦੇ ਆਪਣੇ ਆਪ ਨੂੰ। ਜਦੋਂ ਅਸੀਂ ਆਪਣੇ ਆਪ ਨੂੰ ਭੇਂਟ ਕਰ ਦਿੰਦੇ ਹਾਂ ਤਾਂ ਹੀ ਗੱਲ ਬਣਦੀ ਹੈ। ਸਿਰ ਦੇਣ ਦਾ ਮਤਲਬ ਆਪਣੇ ਹੰਕਾਰ ਨੂੰ ਸੌਂਪ ਦਿਓ ਉਹਦੇ ਚਰਨਾਂ ਤੇ, ਆਪਣੇ ਹੰਕਾਰ ਦਾ ਮੱਥਾ ਟੇਕ ਦਿਓ। ਇੱਕ ਦਿਨ ਕੋਈ ਗੱਲ ਨਹੀਂ, ਗੋਲਕ ਵਿੱਚ ਨਾ ਪੈਸਾ ਪਾਇਓ, ਇੱਕ ਦਿਨ ਹੰਕਾਰ ਪਾ ਜਾਓ ਆਪਣਾ ਗੋਲਕ ਵਿੱਚ, ਆਪਣੀ ਹਉਮੈ। ਇਸ ਤੋਂ ਵੱਡਾ ਕੁਝ ਹੋਰ ਹੋ ਨਹੀਂ ਸਕਦਾ ਹੈ। ਇਸ ਤੋਂ ਵੱਡੀ ਕੋਈ ਹੋਰ ਚੀਜ਼ ਹੋ ਨਹੀਂ ਸਕਦੀ ਜਿਹੜੀ ਤੁਸੀਂ ਗੁਰੂ ਨੂੰ ਭੇਂਟ ਕਰ ਸਕੋ। ਉਸ ਦਿਨ ਜਦੋਂ ਵਾਪਸ ਮੁੜੋਗੇ ਘਰ ਨੂੰ ਤਾਂ ਬੜੇ ਨਿਰਭਾਰ ਹੋ ਕੇ, ਬੜੇ ਹੌਲੇ, ਬੜੇ ਖਾਲੀ ਹੋ ਕੇ। ਜਿਵੇਂ ਇੱਕ ਖੰਭ ਹੁੰਦਾ ਨਾ ਛੋਟਾ ਜਿਹਾ, ਉਹਨੂੰ ਤੁਸੀਂ ਜਿੰਨਾ ਮਰਜ਼ੀ ਉੱਚੀ ਮੰਜ਼ਿਲ ਦੇ ਉੱਤੋਂ ਹੇਠਾਂ ਸੁੱਟੋ, ਉਹ ਆਰਾਮ ਨਾਲ ਥੱਲੇ ਆਉਂਦਾ, ਕਿਉਂਕਿ ਕੋਈ ਵਜਨ ਨਹੀਂ ਹੈ ਉਹਦਾ। ਬਿਲਕੁਲ ਐਸਾ ਜਿਹੜੇ ਇਸ ਤਰ੍ਹਾਂ ਨਿਰਭਾਰ ਹੋ ਜਾਂਦੇ ਨੇ ਹਉਮੈ ਦੇ ਭਾਰ ਤੋਂ, ਉਹ ਕਦੇ ਵੀ ਡਿੱਗਦੇ ਨਹੀਂ, ਚੋਟ ਨਹੀਂ ਖਾਂਦੇ। ਜਿਨ੍ਹਾਂ ਦੇ ਅੰਦਰ ਭਾਰ ਹੁੰਦਾ ਉਹਨਾਂ ਨੂੰ ਭਾਵੇਂ ਛੋਟੀ ਜਿਹੀ ਥਾਂ ਤੋਂ ਸੁੱਟ ਦਿਓ, ਉਹ ਸੱਟ ਚੋਟ ਖਾ ਬੈਂਦੇ ਨੇ। ਜਿਹੜੇ ਨਿਰਭਾਰ ਹੋ ਜਾਂਦੇ ਨੇ, ਹਉਮੈ ਤੋਂ ਨਿਰਭਾਰ ਹੋ ਗਏ, ਸਤਿਗੁਰੂ ਕਹਿੰਦੇ ਉਹ ਬੰਦੇ ਬਚ ਗਏ। ਇਸ ਲਈ ਨਾਨਕ ਸਿਰ ਦੇ ਛੁੱਟੀ ਹੈ, ਸਿਰ ਦੇ ਕੇ ਛੁੱਟੀ ਦਾ। ਆਪਣੀ ਮੈਂ ਨੂੰ ਦਿਓ ਤਾਂ ਛੁੱਟ ਜਾਵੋ, ਮੁਕਤ ਹੋ ਜਾਓ। ਮੈਂ ਤੋਂ ਹੀ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਈਦਾ। ਸਤਿਗੁਰੂ ਰਹਿਮਤ ਕਰੇ ਆਪਾਂ ਸਭ ਗੁਰੂ ਦੇ ਦਰ ਆਪਣੀ ਮੈਂ ਤੋਂ ਮੁਕਤ ਹੋ ਜਾਈਏ, ਆਪਣੇ ਹੰਕਾਰ ਤੋਂ, ਤੇ ਉਹਦੇ ਚਰਨਾਂ ਵਿੱਚ ਆਪਣੀ ਮੈਂ ਨੂੰ ਭੇਂਟ ਕਰਕੇ ਉਹਦੇ ਜੈਸੇ ਹੋ ਜਾਈਏ, ਉਹਦੇ ਨਾਲ ਮਿਲ ਕੇ। ਜਿਹਨੂੰ ਸਤਿਗੁਰੂ ਕਹਿੰਦੇ ਤੂੰ ਤੂੰ ਕਰਤਾ ਤੂੰ ਭਇਆ, ਐਸੀ ਰਹਿਮਤ ਉਹਦੀ ਬਖਸ਼ਿਸ਼ ਹੋ ਜਾਏ ਕਿ ਸਾਡੇ ਵਿੱਚ ਹੂੰ ਨਾ ਬਚੇ, ਮੈਂ ਨਾ ਬਚੇ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣ ਜੋ ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।